ਧੰਨ ਵਾਹਿਗੁਰੂ ਸਾਹਿਬ ਜੀਓ। ਬੇਸ਼ੁਮਾਰ ਅਥਾਹ ਅਗਨਿਤ ਅਤੁੱਲੈ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਕਿਆ ਗੁਣ ਤੇਰੇ ਸਾਰ ਸੰਭਾਲੀ, ਮੋਹਿ ਨਿਰਗੁਣ ਕੇ ਦਾਤਾਰੇ। ਬੈ ਖਰੀਦ ਕਿਆ ਕਰੇ ਚਤੁਰਾਈ, ਇਹ ਜੀਉ ਪਿੰਡ ਸਭ ਥਾਰੇ। ਲਾਲ ਰੰਗੀਲੇ ਪ੍ਰੀਤਮ ਮਨ ਮੋਹਨ, ਤੇਰੇ ਦਰਸ਼ਨ ਕੋ ਹੋਂ ਵਾਰੇ। ਲਾਲ ਰੰਗੀਲੇ ਪ੍ਰੀਤਮ ਮਨ ਮੋਹਨ, ਤੇਰੇ ਦਰਸ਼ਨ ਕੋ ਹੋਂ ਵਾਰੇ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਹਾਰਾ ਜ਼ਹੂਰ ਸਰਬ ਕਲਾਮ ਭਰਪੂਰ, ਰਾਜ਼ਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ। ਵਾਲੀਏ ਕੁਲ ਦੋ ਜਹਾਂ, ਲੋਕ ਪਰਲੋਕ ਹਲਤ ਪਲਤ ਦੇ ਸਹਾਏ। ਦੋ ਜਹਾਨਾਂ ਦੇ ਵਾਲੀ, ਦਸਾਂ ਹੀ ਪਾਤਸ਼ਾਹੀਆਂ ਦੀ ਆਤਮਕ ਜੋਤ। ਗੁਰਤਾ ਗੱਦੀ ਉੱਤੇ ਸੁਭਾਏਮਾਨ, ਧੰਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਦੇ ਵਿੱਚ ਬਿਰਾਜਮਾਨ ਗੁਰੂ ਕੇ ਮਹਾਨ ਸਤ ਸੰਗੀ ਜਨੋ। ਆਪ ਜੀ ਦੇ ਬਹੁਤ ਵੱਡੇ ਭਾਗ ਨੇ ਜੋ ਕਿ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਨੇ, ਜਿੱਥੇ ਅਸੀਂ ਗੁਰੂ ਦਰਬਾਰ ਵਿੱਚ ਸੁਭਾਏਮਾਨ ਹੋ ਰਹੇ ਹਾਂ। ਉੱਥੇ PTC ਸਿਮਰਨ ਦੇ ਰਾਹੀਂ ਆਪੋ ਆਪਣੇ ਘਰਾਂ ਦੇ ਵਿੱਚ ਬੈਠ ਕੇ ਲਾਈਵ ਟੈਲੀਕਾਸਟ ਰਾਹੀਂ ਇਸ ਸਥਾਨ ਦੀ ਮਰਿਆਦਾ ਦੇ ਮੁਤਾਬਕ ਜੋ ਰੋਜ਼ਾਨਾ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਵੱਖ-ਵੱਖ ਵਿਦਵਾਨਾਂ ਪਾਸੋਂ ਆਪ ਜੀ ਸਰਵਣ ਕਰਦੇ ਹੋ। ਆਓ ਅੱਜ ਵੀ ਜੋ ਵਿਚਾਰ ਅਧੀਨ ਸ਼ਬਦ ਆਪ ਜੀ ਨੇ ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਇਸ ਸਥਾਨ ਦੇ ਹੈਡ ਗ੍ਰੰਥੀ ਸਾਹਿਬ ਪਾਸੋਂ ਆਪ ਜੀ ਨੇ ਬੜੇ ਪਿਆਰ ਨਾਲ ਸਰਵਣ ਕੀਤਾ ਹੈ, ਉਸ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਬਖਸ਼ੋ ਅਸੀਸ, ਪਿਆਰ ਸਤਿਕਾਰ ਵਿੱਚ ਬੁਲਾਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਵਿਚਾਰ ਅਧੀਨ ਸ਼ਬਦ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 901 ਅਤੇ 2 ਅੰਕ ਉੱਤੇ ਸੁਭਾਏਮਾਨ ਹੈ। 901 ਅੰਕ ਉੱਤੇ ਸ਼ਬਦ ਦੀ ਆਰੰਭਤਾ ਹੁੰਦੀ ਹੈ ਤੇ 902 ਅੰਕ ਉੱਤੇ ਸ਼ਬਦ ਜਿਹੜਾ ਹੈ ਉਹ ਸਮਾਪਤ ਹੁੰਦਾ ਹੈ। ਮੇਰੇ ਮਾਲਕ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇਸ ਸ਼ਬਦ ਨੂੰ ਰਾਮਕਲੀ ਰਾਗ ਦੇ ਵਿੱਚ ਗਾਇਨ ਕੀਤਾ ਹੈ ਤੇ ਇਹ ਸ਼ਬਦ ਤ੍ਰਿਪਦਿਆਂ ਦੇ ਰੂਪ ਦੇ ਵਿੱਚ ਦਰਜ ਹੈਗਾ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਧਿਐਨ ਕਰਦੇ ਹਾਂ ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਧਿਐਨ ਕਰਦਿਆਂ ਹੋਇਆਂ ਅਸੀਂ ਬਹੁਤ ਵਾਰ ਪੜ੍ਹਿਆ ਹੋਏਗਾ 2 ਪਦੇ, 3 ਪਦੇ, 4 ਪਦਿਆਂ ਵਾਲੇ ਸ਼ਬਦ, ਅਸ਼ਟਪਦੀਆਂ, ਛੰਤ। ਸੋ ਵੱਖ-ਵੱਖ ਪਦਿਆਂ ਦੇ ਸ਼ਬਦ ਜਿਹੜਾ ਹੈ ਆਪ ਜੀ ਦਰਸ਼ਨ ਕਰਦੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਮੇਰੇ ਮਾਲਕ ਨੇ ਇਹ ਰਾਮਕਲੀ ਰਾਗ ਦੇ ਵਿੱਚ 3 ਸ਼ਬਦ ਉਚਾਰਨ ਕੀਤੇ ਨੇ ਤੇ ਤਿੰਨੇ ਹੀ ਸ਼ਬਦ
ਤੇ ਪਦਿਆਂ ਵਾਲੇ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਜਾਂ ਕਿਸੇ ਵੀ ਮਹਾਂਪੁਰਖ ਦੀ ਬਾਣੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੁੰਦੀ ਏ ਤੇ ਉਸ ਬਾਣੀ ਦੇ ਅਸੀਂ ਦਰਸ਼ਨ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਇਸ਼ਟ ਦੀ ਆਰਾਧਨਾ ਕੀਤੀ ਗਈ ਹੈ। ਸਭ ਤੋਂ ਪਹਿਲਾਂ ਮੂਲ ਮੰਤਰ ਦਰਜ ਕੀਤਾ ਗਿਆ ਹੈ। ਇੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਬਦ ਦੇ ਉੱਤੇ ਮੂਲ ਮੰਤਰ ਹੈਡਿੰਗ ਵਜੋਂ ਲਿਖਿਆ ਗਿਆ ਹੈ, ਇੱਕ ਓੰਕਾਰ ਸਤ ਗੁਰ ਪ੍ਰਸਾਦ। ਯਾਦ ਰੱਖਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਮੂਲ ਮੰਤਰ ਹੈ ਉਹ ਆਪ ਜੀ ਨੂੰ 4 ਰੂਪਾਂ ਦੇ ਵਿੱਚ ਦਰਜ ਕੀਤਾ ਹੋਇਆ ਮਿਲੇਗਾ। ਕਈ ਥਾਵਾਂ ਤੇ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਸੰਪੂਰਨ ਰੂਪ ਦੇ ਵਿੱਚ ਹੈ। ਕਈ ਥਾਵਾਂ ਤੇ ਆਪ ਜੀ ਨੂੰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਲਿਖਿਆ ਹੋਇਆ ਹੈ ਔਰ ਕਈ ਥਾਵਾਂ ਤੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੇ ਰੂਪ ਦੇ ਵਿੱਚ ਆਪ ਜੀ ਨੂੰ ਦਰਸ਼ਨ ਹੋਣਗੇ। ਸਤਿਗੁਰੂ ਜੀ ਦਾ ਜੋ ਮੂਲ ਭਾਵ ਹੈ ਉਹ ਇਹ ਹੈ ਕਿ ਸਾਨੂੰ ਉਹ ਕਾਦਰ, ਉਹ ਪਰਮੇਸ਼ਰ ਵਾਹਿਗੁਰੂ ਨਾ ਭੁੱਲੇ ਜੋ ਅਸੀਮ ਸ਼ਕਤੀ ਹੈ, ਜੋ ਸਰਬਰੇ ਕਾਇਨਾਤ ਨੂੰ ਪੈਦਾ ਕਰਨ ਵਾਲਾ ਹੈ। ਉਹ ਮਾਲਕ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣ ਸਾਨੂੰ ਹਮੇਸ਼ਾ ਚੇਤੇ ਰਹਿਣ। ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿੱਥੇ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਸਤਿਗੁਰੂ ਕਹਿੰਦੇ ਨੇ ਇੱਕ ਹੋਣ ਦੇ ਬਾਵਜੂਦ ਉਹ ਜ਼ਰਰੇ ਜ਼ਰਰੇ ਵਿੱਚ ਕਣ ਕਣ ਵਿੱਚ ਸਮਾਇਆ ਹੋਇਆ ਹੈ। ਇੱਕ ਅਕਾਲ ਪੁਰਖ ਇੱਕ ਹੈ। ਓੰਕਾਰ ਉਹ ਸਭ ਵਿੱਚ ਇੱਕ ਰਸ ਵਿਆਪਕ ਹੈਗਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਦੋਂ ਅਸੀਂ ਰਚਨਾ ਪੜ੍ਹਦੇ ਹਾਂ ਤੇ ਸਤਿਗੁਰੂ ਮਹਾਰਾਜ ਨੇ ਪੂਰੇ ਵਿਸ਼ਵ ਨੂੰ ਇੱਕੋ ਹੀ ਸੰਦੇਸ਼ਾ ਦਿੱਤਾ ਹੈ ਕਿ ਭਾਈ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਸਾਹਿਬ ਮੇਰਾ ਏਕੋ ਹੈ। ਗੁਰਦੇਵ ਪਾਤਸ਼ਾਹ ਜੀ ਨੇ ਕਿਹਾ ਭਈ ਅਕਾਲ ਪੁਰਖ ਪਰਮੇਸ਼ਰ ਜਿਹੜਾ ਮੇਰਾ ਇਸ਼ਟ ਹੈ ਉਹ ਇੱਕ ਹੈਗਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੁਹਾਨੂੰ ਵੀ ਮੈਂ ਇਹ ਹਿਦਾਇਤ ਕਰਕੇ ਜਾ ਰਿਹਾ ਵਾਂ ਕਿ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਕਾਰਜ ਤੁਸੀਂ ਇੱਕੋ ਹੀ ਕਰਨਾ ਹੈ ਕਿ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਮੇਰੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਵੀ ਆਪਣੀ ਜ਼ਿੰਦਗੀ ਵਿੱਚ ਉਸ ਇੱਕ ਪਰਮੇਸ਼ਰ ਦਾ ਲੜ ਨਹੀਂ ਜੇ ਛੱਡਣਾ, ਉਸ ਇੱਕ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਪਣਾ ਹੈਗਾ ਜੋ ਸਰਬਰੇ ਕਾਇਨਾਤ ਵਿੱਚ ਵਸਿਆ ਹੋਇਆ ਹੈ, ਜਿਸ ਨੂੰ ਗੁਰਦੇਵ ਨੇ ਕਿਹਾ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ। ਜਿਸ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਸੰਸਾਰ ਦੇ ਸਾਹਮਣੇ ਰੱਖਿਆ। ਗੁਰਦੇਵ ਕਹਿੰਦੇ ਨੇ ਮੈਂ ਉਸ ਇੱਕ ਓੰਕਾਰ ਨੂੰ ਇਉਂ ਮਹਿਸੂਸ ਕਰਦਾ ਕਿ ਜਹਾਂ ਜਹਾਂ ਪੇਖੋਂ ਤਾਂ ਹਜੂਰ, ਦੂਰ ਕਤਹੁ ਨਾ ਜਾਈ, ਰਵ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਯਾਦ ਰੱਖੋ ਇਹ ਦੁਨੀਆ ਬਿਨਸਨਹਾਰ ਹੈ, ਇਹ ਜਗਤ ਨਾਸਵੰਤ ਹੈ, ਇਹ ਜਗਤ ਪਾਣੀ ਦਾ ਬੁੱਧਬੁਦਾ ਹੈ, ਪਰ ਸੱਚ ਇਹ ਹੈ ਉਹ ਵਾਹਿਦ ਪਰਮੇਸ਼ਰ ਸਤ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਉਹ ਸਤ ਹੈ, ਉਹ ਅਟਲ ਹੈ, ਉਹ ਹਮੇਸ਼ਾ ਕਾਇਮ ਰਹਿਣ ਵਾਲਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਇਹ ਵੀ ਚੇਤੇ ਰੱਖ ਲੈਣਾ ਉਹ ਆਦ ਸੱਚ ਹੈ, ਉਹ ਜੁਗਾਦ ਸੱਚ ਹੈ, ਉਹ ਮਾਲਕ ਹੈ ਭੀ ਸੱਚ ਹੈ, ਤੇ ਨਾਨਕ ਹੋਸੀ ਭੀ ਸੱਚ ਹੈ। ਜਿਹਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਨਾ ਦੇਵ ਦਾਨਵਰਾ ਨਰਾ, ਨਾ ਸਿੱਧ ਸਾਧਕਾ ਧਰਾ, ਅਸਤ ਏਕ ਦਿਗਰ ਕੂਹੀ, ਏਕ ਤੂੰ ਹੀ, ਏਕ ਤੂੰ ਹੀ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਇੱਥੇ ਹੋ ਸਕਦਾ ਹੈ ਕਿ ਨਾ ਦੇਵਤੇ ਰਹਿਣ ਨਾ ਮਨੁੱਖ ਰਹਿਣ, ਸਭ ਨੇ ਆਪੋ ਆਪਣੀ ਵਾਰੀ ਮੁਤਾਬਕ ਤੁਰ ਜਾਣਾ ਹੈ, ਪਰ ਉਹ ਪਰਮੇਸ਼ਰ ਵਾਹਿਗੁਰੂ ਹਮੇਸ਼ਾ ਹੀ ਕਾਇਮ ਰਹੇਗਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜੋ ਸਤ ਹੈ, ਜੋ ਅਟਲ ਹੈ, ਜੋ ਹਮੇਸ਼ਾ ਕਾਇਮ ਰਹਿਣ ਵਾਲਾ ਹੈ। ਗੁਰਦੇਵ ਪਾਤਸ਼ਾਹ ਜੇ ਅਸੀਂ ਉਸ ਨਿਰੰਕਾਰ ਨੂੰ ਮਿਲਣਾ ਹੈ, ਜੇ ਅਸੀਂ ਉਸ ਦਾਤਾਰ ਪ੍ਰਭੂ ਨੂੰ ਮਿਲਣਾ ਹੈ,
ਫਿਰ ਕੀ ਕਰੀਏ? ਸਤਿਗੁਰ ਕਹਿੰਦੇ ਨੇ ਗੁਰ ਪ੍ਰਸਾਦ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਗੁਰਦੇਵ ਕਹਿੰਦੇ ਨੇ ਗੁਰੂ ਦੀ ਕਿਰਪਾ ਵਰਤੇਗੀ, ਗੁਰੂ ਰਹਿਮਤ ਕਰੇਗਾ, ਗੁਰੂ ਬਖਸ਼ਿਸ਼ ਕਰੇਗਾ ਤੇ ਤੁਹਾਨੂੰ ਪਰਮੇਸ਼ਰ ਵਾਹਿਗੁਰੂ ਜ਼ਰੂਰ ਪ੍ਰਾਪਤ ਹੋਏਗਾ। ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਅੱਜ ਬਹੁਤ ਵੱਡਾ ਪਰਉਪਕਾਰ ਸਾਡੇ ਉੱਤੇ ਕੀਤਾ ਹੈ, ਬਖਸ਼ਿਸ਼ ਕੀਤੀ ਹੈ। ਔਰ ਅੱਜ ਲੋੜ ਵੀ ਹੈ ਕਿ ਅੱਜ ਜੋ ਮਹਾਮਾਰੀ ਫੈਲ ਰਹੀ ਹੈ, ਆਪ ਜੀ ਵੇਖ ਰਹੇ ਹੋ ਪੂਰੇ ਵਿਸ਼ਵ ਦੇ ਵਿੱਚ, ਔਰ ਖਾਸ ਕਰਕੇ ਸਾਡੇ ਹਿੰਦੁਸਤਾਨ ਦੇ ਵਿੱਚ ਕਿੰਨੀ ਵੱਡੀ ਤਰਾਸਦੀ ਹੈ ਕਿ ਲੋਕ ਜਿਹੜੇ ਨੇ ਉਹ ਆਕਸੀਜਨ ਵਾਸਤੇ ਹੀ ਤੜਫ ਰਹੇ ਨੇ। ਕਿੰਨੇ ਹਾਲਾਤ ਹੋ ਗਏ ਨੇ। ਜਦੋਂ ਬੰਦਾ ਅਕਹਿ ਅਸਹਿ ਮਹਿਸੂਸ ਕਰੇ ਤੇ ਉਦੋਂ ਸਤਿਗੁਰੂ ਪਾਤਸ਼ਾਹ ਅਗਵਾਈ ਕਰਦੇ ਨੇ ਕਿ ਯਾਦ ਰੱਖੋ, ਉਦੋਂ ਕੇਵਲ ਅਰਦਾਸ ਕਰਨੀ ਬਣਦੀ ਹੈ ਮਾਲਕ ਦੇ ਚਰਨਾਂ ਦੇ ਵਿੱਚ। ਤੇ ਮੈਂ ਸਮਝਦਾ ਹਾਂ ਅੱਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸਾਡੇ ਸਾਰਿਆਂ ਉੱਤੇ ਸਾਂਝੇ ਤੌਰ ਤੇ ਕਿਰਪਾ ਕੀਤੀ ਹੈ। ਭਾਵੇਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਵਿੱਚ ਬੈਠੇ ਹਾਂ, ਭਾਵੇਂ ਆਪੋ ਆਪਣੇ ਘਰਾਂ ਵਿੱਚ ਬੈਠੇ ਹਾਂ, ਆਓ ਓਟ ਲਈਏ ਉਸ ਮਾਲਕ ਦੀ, ਅਰਦਾਸ ਕਰੀਏ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੋ ਸਾਨੂੰ ਸਿਖਾ ਰਹੇ ਨੇ। ਗੁਰਦੇਵ ਪਾਤਸ਼ਾਹ ਜੀ ਨੇ ਇਸ ਸ਼ਬਦ ਵਿੱਚ ਆਰੰਭਕ ਪੰਕਤੀਆਂ ਬਖਸ਼ੀਆਂ ਨੇ, ਰੇ ਮਨ ਓਟ ਲਿਹੋ ਹਰ ਨਾਮਾ, ਜਾਂ ਕੈ ਸਿਮਰਨ ਦੁਰਮਤ ਨਾਸੈ, ਪਾਵਹਿ ਪਦ ਨਿਰਬਾਨਾ ਰਹਾਉ। ਗੁਰਦੇਵ ਪਾਤਸ਼ਾਹ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਮਨ ਨੂੰ ਕਹਿੰਦੇ ਨੇ, ਹੇ ਮਨਾ ਤੂੰ ਉਸ ਮਾਲਕ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੀ ਓਟ ਲੈ, ਆਸਰਾ ਲੈ। ਚੇਤੇ ਰੱਖਣਾ, ਅਸੀਂ ਓਟ ਕਦੋਂ ਲੈਂਦੇ ਹਾਂ? ਮਨੁੱਖ ਆਸਰਾ ਕਦੋਂ ਲੈਂਦਾ ਹੈ? ਕੋਈ ਜੀਵ ਕਦੋਂ ਆਸਰਾ ਭਾਲਦਾ ਹੈ? ਕਦੋਂ ਓਟ ਆਸਰਾ ਲੱਭਦਾ ਹੈ? ਜਦੋਂ ਉਹ ਅਸਹਿ ਹੋਵੇ, ਜਦੋਂ ਉਹ ਅਕਹਿ ਹੋਵੇ, ਉਹਨੂੰ ਦੂਰ ਦੂਰ ਤੱਕ ਜਿਹੜਾ ਹੈ ਇਹ ਮਹਿਸੂਸ ਹੋ ਜਾਏ ਪਈ ਵੀ ਹੁਣ ਮੇਰਾ ਆਪਣਾ ਬਲ ਥੱਕ ਗਿਆ ਹੈ, ਹੁਣ ਮੈਂ ਹਾਰ ਗਿਆ ਹਾਂ, ਹੁਣ ਮੈਂ ਨਿਆਸਰਾ ਹੋ ਗਿਆ ਹਾਂ, ਹੁਣ ਮੈਂ ਨਿਮਾਣਾ ਹੋ ਗਿਆ ਹਾਂ, ਹੁਣ ਮੈਂ ਨਿਤਾਣਾ ਹੋ ਗਿਆ ਹਾਂ, ਮੇਰੇ ਵਿੱਚ ਆਪਣਾ ਕੋਈ ਬਲ ਨਹੀਂ ਹੈ, ਮੇਰੀ ਕੋਈ ਆਪਣੀ ਪਾਇਆ ਨਹੀਂ ਹੈ। ਸੋ ਇਸ ਕਰਕੇ ਆਓ ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਅੱਜ ਸਾਰੇ ਰਲ ਕੇ ਇਸ ਨੂੰ ਗਾਇਨ ਕਰੀਏ, ਪੜ੍ਹੀਏ। ਓਟ ਲਿਹੋ ਹਰ ਨਾਮਾ, ਓਟ ਲਿਹੋ ਹਰ ਨਾਮਾ, ਓਟ ਲਿਹੋ ਹਰ ਨਾਮਾ, ਓਟ ਲਿਹੋ ਹਰ ਨਾਮਾ, ਓਟ ਓਟ ਲਿਹੋ ਹਰ ਨਾਮਾ, ਓਟ ਲਿਹੋ ਹਰ ਨਾਮਾ, ਓਟ ਲਿਹੋ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਪਿਆਰਿਓ, ਹਾਜ਼ਰੀ ਲਵਾਓ ਤਾਂ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੋ ਬਖਸ਼ਿਸ਼ ਕਰ ਰਹੇ ਨੇ ਉਹ ਬਖਸ਼ਿਸ਼ ਸਾਡੇ ਵਿੱਚ ਵਰਤ ਜਾਏ। ਇਹ ਮਨ ਇਹ ਉਸ ਮਾਲਕ ਦੀ ਓਟ ਦੇ ਵਿੱਚ ਆ ਜਾਏ। ਜਦੋਂ ਅਸੀਂ ਪਰਮੇਸ਼ਰ ਵਾਹਿਗੁਰੂ ਜੀ ਦੀ ਓਟ ਵਿੱਚ ਆ ਜਾਂਦੇ ਹਾਂ, ਆਸਰਾ ਲੈ ਲੈਂਦੇ ਹਾਂ, ਫਿਰ ਦੁਨੀਆ ਦੀ ਵੱਡੀ ਤੋਂ ਵੱਡੀ ਬਿਮਾਰੀ ਹੋਵੇ, ਵੱਡੀ ਤੋਂ ਵੱਡੀ ਵਿਪਤਾ ਕਿਉਂ ਨਾ ਹੋਵੇ, ਉਹ ਵਿਪਤਾ ਦੂਰ ਹੋ ਜਾਏਗੀ। ਐਸਾ ਵਿਸ਼ਵਾਸ ਗੁਰੂ ਚਰਨਾਂ ਤੇ ਰੱਖੋ। ਸੋ ਪੜੋ, ਓਟ ਲਿਹੋ ਹਰ ਨਾਮਾ, ਰੇ ਮਨ ਓਟ ਲਿਹੋ ਹਰ ਨਾਮਾ, ਓਟ ਲਿਹੋ। ਓਟ ਲਿਹੋ ਹਰ ਨਾਮਾ, ਰੇ ਮਨ ਓਟ ਲਿਹੋ ਹਰ ਨਾਮਾ, ਓਟ ਲਿਹੋ। ਮਨੁੱਖ ਆਪਣੀ ਤਾਕਤ ਹਾਰ ਜਾਏ, ਆਪਣਾ ਬਲ ਹਾਰ ਜਾਏ, ਆਪਣਾ ਸਾਰਾ ਤਾਨ ਹਾਰ ਜਾਏ, ਬੌਧਿਕ ਬਲ ਵੀ ਹਾਰ ਜਾਏ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਮਨੁੱਖ ਕੋਲ ਬਹੁਤ ਬੌਧਿਕ ਬਲ ਹੈ, ਬੜੀ ਤਾਕਤ ਹੈ, ਬੜਾ ਕੁਝ ਕੀਤਾ ਹੈ, ਪਰ ਮਨੁੱਖ ਨੇ
ਜੋ ਕੁਝ ਬੌਧਿਕ ਤਲ ਤੇ ਕੀਤਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿਤੇ ਨਾ ਕਿਤੇ ਉਹਨੂੰ ਹੰਕਾਰ ਵੀ ਆ ਗਿਆ ਹੈ। ਕਿਤੇ ਨਾ ਕਿਤੇ ਮਨੁੱਖ ਨੇ ਹੰਕਾਰ ਕਰ ਲਿਆ, ਮੈਂ ਇਹ ਕੁਝ ਪ੍ਰਾਪਤ ਕਰ ਲਿਆ, ਮੈਂ ਇਹ ਖੋਜ ਕਰ ਲਈ ਹੈ, ਇਹ ਕੁਝ ਕਰ ਲਿਆ। ਹੰਕਾਰ ਮਨੁੱਖ ਨੂੰ ਜਦੋਂ ਆ ਗਿਆ, ਫਿਰ ਯਾਦ ਰੱਖੋ ਪਰਮੇਸ਼ਰ ਵਾਹਿਗੁਰੂ ਅਹਿਸਾਸ ਦਿਲਾਉਂਦਾ, ਭਲਿਆ ਅਸਲ ਤਾਕਤ ਉਹ ਮਾਲਕ ਵਾਹਿਗੁਰੂ ਹੈ। ਉਸ ਪਰਮੇਸ਼ਰ ਨੂੰ ਨਹੀਂ ਭੁੱਲਣਾ ਹੈ। ਤੇਰਾ ਹੰਕਾਰ ਤੈਨੂੰ ਇੱਕ ਦਿਨ ਗਰਕ ਕਰ ਦੇਵੇਗਾ, ਤੇਰਾ ਹੰਕਾਰ ਤੈਨੂੰ ਨਾਸ਼ ਕਰ ਦੇਵੇਗਾ। ਹੰਕਾਰ ਨਾ ਕਰ। ਵੇਖੋ ਹਰਨਾਕਸ ਵਰਗੇ ਵੀ ਇਸੇ ਸੰਸਾਰ ਵਿੱਚ ਹੋਏ ਨੇ, ਔਰ ਉਹ ਹਰਨਾਕਸ ਜਿਹਨੂੰ ਵਰ ਪ੍ਰਾਪਤ ਹੈ, ਜਿਹਨੂੰ ਐਸਾ ਵਰ ਪ੍ਰਾਪਤ ਹੈ, ਨਾ ਦਿਨੇ ਮਰਾਂ ਨਾ ਰਾਤ ਮਰਾਂ, ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਕੋਈ ਮਨੁੱਖ ਮਾਰੇ ਨਾ ਕੋਈ ਜਾਨਵਰ ਮਾਰੇ, ਕਿੰਨੇ ਕੁਝ ਉਹਨੂੰ ਵਰ ਪ੍ਰਾਪਤ ਨੇ। ਪਰ ਉਹ ਹੰਕਾਰ ਉਸ ਮਾਲਕ ਨੇ ਉਹਦਾ ਅਜਿਹਾ ਤੋੜਿਆ, ਉਹਨੂੰ ਅਹਿਸਾਸ ਦਿਲਾਇਆ, ਪਿਆਰਿਆ ਯਾਦ ਰੱਖ ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਅਸੀਮ ਤਾਕਤ ਹੈ, ਜਿਹਦੇ ਬਲ ਦਾ ਕੋਈ ਅੰਦਾਜ਼ਾ ਨਹੀਂ ਹੈ, ਜਿਸ ਦੀ ਤਾਕਤ ਦਾ ਕੋਈ ਅੰਦਾਜ਼ਾ ਨਹੀਂ ਹੈ। ਗੁਰਦੇਵ ਪਾਤਸ਼ਾਹ ਜੀ ਨੇ ਜੇ ਬਾਣੀ ਦੇ ਵਿੱਚ, ਭਾਵੇਂ ਉਹ ਪੁਰਾਣ ਮਿਥਿਹਾਸਕ ਸਾਖੀ ਹੈ, ਪਰ ਹਰਨਾਕਤ ਦੁਸ਼ਟ ਹਰ ਮਾਰਿਆ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਵੀ ਉਸ ਜਿਹੜਾ ਹੰਕਾਰ ਕਰਦਾ ਸੀਗਾ, ਜਿਸ ਨੂੰ ਆਪਣੀ ਉਹ ਤਾਕਤ ਦਾ ਹੰਕਾਰ ਸੀ, ਆਪਣੀ ਉਹ ਬਲ ਬੁੱਧੀ ਦਾ ਹੰਕਾਰ ਹੋ ਗਿਆ ਸੀ, ਉਹ ਪਰਮੇਸ਼ਰ ਵਾਹਿਗੁਰੂ ਜੀ ਨੇ ਵਿਖਾ ਦਿੱਤਾ ਕਿ ਇੱਕ ਸਰਬ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਹੈ, ਜਿਸ ਦੇ ਅੱਗੇ ਕਿਸੇ ਦੀ ਤਾਕਤ ਨਹੀਂ ਚੱਲ ਸਕਦੀ। ਕਿਵੇਂ ਚੱਲ ਸਕਦੀ ਹੈ? ਅਸੀਂ ਵੀ ਤਾਂ ਉਸ ਮਾਲਕ ਦੀ ਕੁਦਰਤ ਦੇ ਹੀ ਬੰਦੇ ਆ ਨਾ, ਉਸ ਕੁਦਰਤ ਦੇ ਵਿੱਚੋਂ ਹੀ ਪੈਦਾ ਹੋਏ ਆ। ਇਹ ਗੱਲ ਸਾਨੂੰ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਅਸੀਂ ਕੁਦਰਤ ਦੇ ਬੰਦੇ ਆ, ਤੇ ਉਹਦੀ ਤਾਕਤ ਦੇ ਬਾਰੇ ਤਾਂ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਨਿਮਰਤਾ ਵੇਖੋ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਦਾਤਾਰ ਮਾਲਕ ਕਿਰਪਾ ਕਰਦੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਡੇ ਇਸ ਮਨ ਨੂੰ ਸਮਝਾਉਂਦੇ ਨੇ, ਮਨਾ ਤੂੰ ਪਰਮਾਤਮਾ ਦਾ ਆਸਰਾ ਲਿਆ ਕਰ, ਉਸ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਿਆ ਕਰ, ਜਿਸ ਦੇ ਸਿਮਰਨ ਕੀਤਿਆਂ ਜਿਹੜੀ ਤੇਰੀ ਹੰਕਾਰ ਵਾਲੀ ਬੁੱਧੀ ਹੈ, ਵਿਕਾਰਾਂ ਵਾਲੀ ਮਤ ਹੈ, ਦੁਰਮਤ ਹੈ, ਉਹ ਨਾਸ ਹੋ ਜਾਏਗੀ। ਜੋ ਵਿਕਾਰੀ ਦੁਰਮਤ ਹੈ ਨਾ, ਜੋ ਹੰਕਾਰ ਵਾਲੀ ਬੁੱਧੀ ਹੈ, ਉਹ ਨਾਸ ਹੋ ਜਾਏਗੀ। ਸਤਿਗੁਰੂ ਪਾਤਸ਼ਾਹ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਜਦੋਂ ਸਿਮਰਨ ਕਰੇਗਾ ਨਾ, ਫਿਰ ਤੇਰੇ ਕੋਲ ਗੁਰੂ ਕੀ ਮੱਤ ਆਵੇਗੀ। ਵੈਸੇ ਤਾਂ ਚੇਤੇ ਰੱਖਣਾ, ਬਾਰ-ਬਾਰ ਸਮੇਂ-ਸਮੇਂ ਤੇ ਮੇਰੇ ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਇਹ ਸਮਝਾਇਆ। ਜਿਵੇਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਭਲਿਆ ਹੁਣ ਵੀ ਵੇਲਾ ਹੈ, ਹੁਣ ਵੀ ਸਮਾਂ ਹੈ, ਇਹ ਦੁਰਮਤ ਦਾ ਤਿਆਗ ਕਰਕੇ ਗੁਰ ਕੀ ਮਤ ਤੂੰ ਲੈ ਇਆਨੇ, ਭਗਤ ਬਿਨਾ ਬੋ ਡੂਬੇ ਸਿਆਣੇ। ਭਲਿਆ ਤੂੰ ਗੁਰੂ ਕੀ ਮਤ ਹਾਸਲ ਕਰ ਲੈ। ਗੁਰੂ ਕੀ ਮਤ ਕੀ ਹੈ? ਤੈਨੂੰ ਪਰਮੇਸ਼ਰ ਵਾਹਿਗੁਰੂ ਜੀ ਦੀ ਭਗਤੀ ਦ੍ਰਿੜ ਕਰਾਏਗੀ। ਗੁਰੂ ਕੀ ਮਤ ਕੀ ਹੈ? ਇਹ ਗੁਰੂ ਕੀ ਮਤ ਹੀ ਹੈ ਨਾ, ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿ ਰਹੇ ਨੇ, ਰੇ ਮਨ ਓਟ ਲਿਓ ਹਰ ਨਾਮਾ। ਇਹ ਗੁਰੂ ਕੀ ਮਤ ਹੈ। ਕਿ ਸਤਿਗੁਰੂ ਪਾਤਸ਼ਾਹ ਇਸ ਮਨ ਨੂੰ ਸਮਝਾ ਰਹੇ ਨੇ, ਉਹ ਮਨਾ ਤੂੰ ਛੱਡ ਦੇ ਖਹਿੜਾ ਦੁਰਮਤ ਦਾ, ਤੂੰ ਛੱਡ ਦੇ ਖਹਿੜਾ ਉਹਨਾਂ ਗੱਲਾਂ ਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਹਿਲੇ ਸ਼ਬਦ ਵਿੱਚ ਹੀ ਇਹ ਜ਼ਿਕਰ ਕੀਤਾ, ਮਨ ਰੇ ਕੌਣ ਕੁਮਤੈ ਲੀਨੀ, ਪਰ ਦਾਰਾ ਨਿੰਦਿਆਰਸ ਰਚਿਓ, ਰਾਮ ਭਗਤ ਨਹਿ ਕੀਨੀ। ਉਹ ਭਲਿਆ ਛੱਡ ਦੇ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਆਹ ਕਿਹੜੀ ਮੱਤ ਤੂੰ ਲੈ ਕੇ ਘੁੰਮਦਾ ਪਿਆ? ਇਹ ਕਿਹੜੀ ਮੱਤ ਦੇ ਪਿੱਛੇ ਤੂੰ ਕੁਮੱਤ ਲੈ ਕੇ ਘੁੰਮ ਰਿਹਾ? ਇਹ ਭੈੜੇ ਭੈੜੇ ਕਰਮ ਕਰਨੇ ਛੱਡ ਦੇ, ਤੂੰ ਗੁਰੂ ਕੀ ਮੱਤ ਲੈ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਯਾਦ ਰੱਖ, ਗੁਰੂ ਦੀ ਜਦੋਂ ਮੱਤ ਲਵੇਂਗਾ ਨਾ, ਇਹ ਖੋਟੀ ਮੱਤ ਬਿਨਸ ਜਾਏਗੀ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਇਸ ਦੀ ਬਰਕਤ ਨਾਲ, ਨਾਮ ਸਿਮਰਨ ਦੀ ਬਰਕਤ ਨਾਲ ਆਤਮਕ ਦਰਜਾ ਤੈਨੂੰ ਹਾਸਲ ਹੋਏਗਾ। ਉਹ ਪਦ ਪ੍ਰਾਪਤ ਹੋਏਗਾ ਜਿਸ ਨੂੰ ਨਿਰਵਾਣ ਪਦ ਕਿਹਾ ਜਾਂਦਾ ਹੈ। ਪਾਵ ਹੈ ਪਦ ਨਿਰਵਾਣਾ। ਨਿਰਵਾਣ ਦਾ ਅਰਥ ਹੁੰਦਾ ਵਾਸਨਾ ਰਹਿਤ।
ਜਿੱਥੇ ਕੋਈ ਵਾਸਨਾ ਦਾ ਫੁਰਨਾ ਵੀ ਨਾ ਹੋਵੇ, ਜਿੱਥੇ ਕੋਈ ਵਿਕਾਰੀ ਫੁਰਨਾ ਵੀ ਨਾ ਫੁਰੇ, ਐਸੀ ਆਤਮਿਕ ਅਵਸਥਾ, ਐਸਾ ਆਤਮਿਕ ਆਨੰਦ ਪ੍ਰਾਪਤ ਹੋਏਗਾ। ਜੇ ਅਸੀਂ ਚਾਹੁੰਦੇ ਹਾਂ ਕਿ ਨਿਰਵਾਣ ਪਦ ਦੀ ਪ੍ਰਾਪਤੀ ਹੋਵੇ, ਫਿਰ ਸਾਨੂੰ ਕੀ ਕਰਨਾ ਪਏਗਾ? ਫਿਰ ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ, ਭਲਿਓ ਜੇ ਨਿਰਵਾਣ ਪਦ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਫਿਰ ਗਾਇਨ ਕਰੋ, ਓਟ ਲਿਹੋ ਹਰ ਨਾਮਾ, 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 ਓਟ ਲਿਹੋ ਹਰ ਨਾਮਾ। ਅਸੀਂ ਐਵੇਂ ਹੀ ਡੇਰੇਦਾਰਾਂ ਨੂੰ, ਦੇਹਧਾਰੀਆਂ ਨੂੰ, ਪਤਾ ਨਹੀਂ ਕਿੰਨੇ ਕਿੰਨਿਆਂ ਨੂੰ ਪੁੱਛਦੇ ਰਹੇ ਨਿਰਵਾਣ ਪਦ ਕਿਵੇਂ ਪ੍ਰਾਪਤ ਹੋਏਗਾ। ਪਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਸੌਖਾ ਜਿਹਾ ਤਰੀਕਾ ਦੱਸ ਦਿੱਤਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਹਰੀ ਦੇ ਨਾਮ ਦਾ ਸਿਮਰਨ ਕਰੋ, ਮਾਲਕ ਦੇ ਨਾਮ ਦੀ ਓਟ ਲਓ। ਗੁਰਦੇਵ ਕਹਿੰਦੇ ਨਿਰਵਾਣ ਪ੍ਰਾਪਤ ਪਦ ਜਿਹੜਾ ਹੈ ਉਹ ਪ੍ਰਾਪਤ ਹੋਏਗਾ। ਨਹੀਂ ਨਹੀਂ, ਇੱਥੇ ਹੀ ਬਸ ਨਹੀਂ। ਗੁਰਦੇਵ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਜਦੋਂ ਤੁਸੀਂ ਹਰੀ ਨਾਮ ਦੀ ਓਟ ਲੈ ਲਈ, ਜਦੋਂ ਹਰੀ ਨਾਮ ਦਾ ਆਸਰਾ ਲੈ ਲਿਆ, ਪਰਮੇਸ਼ਰ ਦਾ ਸਿਮਰਨ ਪ੍ਰਾਪਤ ਕੀਤਾ, ਤੇ ਤੁਹਾਡੇ ਬਹੁਤ ਵੱਡੇ ਭਾਗ ਹੋਣਗੇ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਵੱਡ ਭਾਗੀ ਤੇ ਜਨ ਕੋ ਜਾਨੋ। ਜਨ ਕਹਿੰਦੇ ਨੇ ਉਸ ਮਨੁੱਖ ਨੂੰ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਭਈ ਵੱਡੇ ਭਾਗਾਂ ਵਾਲਾ ਉਸ ਮਨੁੱਖ ਨੂੰ ਜਾਣੋ ਜੋ ਹਰ ਕੇ ਗੁਣ ਗਾਵੇ, ਜੋ ਹਰੀ ਦੇ ਗੁਣ ਗਾਇਨ ਕਰਦਾ ਹੈ। ਹੁਣ ਮੈਨੂੰ ਤੁਸੀਂ ਦੱਸੋ ਕਿ ਕੌਣ ਕੌਣ ਵਡਭਾਗੀ ਬਣਨਾ ਚਾਹੁੰਦਾ ਹੈ? ਮੇਰੇ ਖਿਆਲ ਹੈ ਕਿਸੇ ਦਾ ਵੀ ਆਨਸਰ 9 ਵਿੱਚ ਨਹੀਂ ਆਏਗਾ, ਸਾਰਿਆਂ ਦਾ ਆਨਸਰ ਯਸ ਵਿੱਚ ਆਏਗਾ ਵੀ ਸਾਰੇ ਹੀ ਵਡਭਾਗੀ ਬਣਨਾ ਚਾਹੁੰਦੇ ਹਾਂ, ਸਾਰੇ ਹੀ ਚੰਗੇ ਭਾਗਾਂ ਵਾਲਾ ਬਣਨਾ ਚਾਹੁੰਦੇ ਹਾਂ। ਤੇ ਫਿਰ ਚੰਗੇ ਭਾਗਾਂ ਵਾਲਾ ਬਣਨ ਵਾਸਤੇ ਕੀ ਕਰਨਾ ਪਏਗਾ? ਓਟ ਲਿਹੋ ਹਰ ਨਾਮਾ, ਓਟ ਲਿਹੋ ਹਰ ਨਾਮਾ, ਓਟ ਲਿਹੋ ਹਰ ਨਾਮਾ, ਓਟ ਲਿਹੋ ਹਰ ਨਾਮਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਗਰੀਬ ਨਿਵਾਜ ਜੀਓ, ਆਪ ਜੀ ਨੇ ਜਿੱਥੇ ਇਹ ਵਡਭਾਗੀ ਬਣਨ ਦਾ ਸਾਨੂੰ ਮਾਰਗ ਦੱਸ ਦਿੱਤਾ, ਹੋਰ ਕੀ ਫਾਇਦਾ ਹੈ ਨਾਮ ਜਪਣ ਦਾ? ਹੋਰ ਕੀ ਫਾਇਦਾ ਹੈ ਨਾਮ ਦਾ ਓਟ ਆਸਰਾ ਲੈਣ ਦਾ, ਪਰਮੇਸ਼ਰ ਦਾ ਆਸਰਾ ਲੈਣ ਦਾ? ਦਾਤਾਰ ਜੀਓ, ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ। ਯਾਦ ਰੱਖੋ, ਨਾਮ ਦੇ ਵਿੱਚ ਉਹ ਤਾਕਤ ਹੈ, ਨਾਮ ਦੇ ਵਿੱਚ ਉਹ ਤਾਕਤ ਹੈ ਕਿ ਜਨਮ ਜਨਮ ਕੇ ਪਾਪ ਖੋਏ ਕੈ, ਜਨਮ ਜਨਮ ਕੇ ਪਾਪ ਖੋਏ ਕੈ। ਸਾਰੇ ਪੜੋ ਜੀ। ਜਨਮ ਜਨਮ ਕੇ ਪਾਪ ਖੋਏ ਕੈ, ਜਨਮ ਜਨਮ ਕੇ ਪਾਪ ਖੋਏ ਕੈ। ਫੁਨ ਬੈਕੁੰਠ ਸਧਾਵੈ, ਫੁਨ ਬੈਕੁੰਠ ਸਦਾਵੈ, ਫੁਨ ਬੈਕੁੰਠ ਸਦਾਵੈ। ਲਓ ਜੀ, ਹੋਰ ਕੀ ਚਾਹੀਦਾ ਹੈ? ਭਈ ਜਨਮ ਜਨਮ ਦੇ ਪਾਪ ਮਿਟ ਜਾਣਗੇ। ਨਾਮ ਦੇ ਵਿੱਚ ਐਸੀ ਤਾਕਤ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਲੱਖ ਮੜੀਆਂ ਕਰ ਏਕਠੇ, ਇੱਕ ਰਤੀਲੇ ਪਾਏ। ਜਿਸ ਪ੍ਰਕਾਰ ਲੱਖਾਂ ਮਣ ਲੱਕੜ ਜਿਹੜਾ ਇਕੱਠੀ ਕਰ ਲੋ, ਇੱਕ ਮਾਚਿਸ ਦੀ ਤਿੱਲੀ ਉਹਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਕਹਿਣ ਕਿ ਨਾਮ ਦੇ ਵਿੱਚ ਉਹ ਤਾਕਤ ਹੈ ਕਿ ਜਨਮਾਂ ਜਨਮਾਂਤਰਾਂ ਦੇ ਪਾਪਾਂ ਨੂੰ ਸਾੜ ਕੇ ਸੁਆਹ ਕਰ ਦਿੰਦਾ ਹੈ। ਬਸ
ਇੱਕੋ ਹੀ ਹੈ ਕਿ ਸਾਨੂੰ ਇਹ ਗੱਲ ਸਮਝ ਆ ਜਾਏ ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿ ਰਹੇ ਨੇ, ਭਲਿਓ ਇਹ ਜਨਮਾਂ ਜਨਮਾਂਤਰਾਂ ਦੇ ਬਹੁਤੇ ਚਿਰ ਦੇ ਕੀਤੇ ਹੋਏ ਪਾਪ ਵੀ ਖੋਏ ਜਾਣਗੇ, ਮਿਟ ਜਾਣਗੇ, ਤੇ ਤੁਹਾਨੂੰ ਉਹ ਆਤਮਿਕ ਅਵਸਥਾ ਹਾਸਲ ਹੋਏਗੀ, ਉਹ ਆਨੰਦ ਦੀ ਅਵਸਥਾ ਪ੍ਰਾਪਤ ਹੋਏਗੀ ਜਿਸ ਨੂੰ ਜਿਹੜਾ ਹੈ ਉਹ ਬਹੁਤ ਸਾਰੇ ਲੋਕ ਲੱਭਦੇ ਨੇ, ਭਾਲਦੇ ਨੇ, ਤਰਸਦੇ ਨੇ, ਪਰ ਉਹ ਬੈਕੁੰਠ ਪ੍ਰਾਪਤ ਨਹੀਂ ਹੁੰਦਾ। ਪਿਆਰਿਓ, ਬੈਕੁੰਠ ਕੋਈ ਵੱਖਰਾ ਧਾਮ ਨਹੀਂ ਹੈ, ਬੈਕੁੰਠ ਕੋਈ ਸਤਵੇਂ ਅਸਮਾਨ ਤੇ ਕੋਈ ਇਹੋ ਜਿਹੀ ਥਾਂ ਨਹੀਂ ਹੈ ਜਿਹੜੀ ਵੱਖਰੀ ਹੋਵੇ, ਇੱਥੇ ਹੀ ਬੈਕੁੰਠ ਹੈ। ਉਹ ਆਤਮਿਕ ਅਵਸਥਾ, ਆਨੰਦ ਦੀ ਅਵਸਥਾ ਦੀ ਗੱਲ ਕੀਤੀ ਹੈ, ਜਿੱਥੇ ਮਨੁੱਖ ਵਾਸਨਾ ਰਹਿਤ ਹੋ ਜਾਂਦਾ ਹੈ, ਇੱਥੇ ਮਨੁੱਖ ਆਤਮਿਕ ਆਨੰਦ ਵਿੱਚ ਲੀਨ ਹੋ ਜਾਂਦਾ ਹੈ। ਮੇਰੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਭਾਈ ਜਨਮਾਂ ਜਨਮਾਂਤਰਾਂ ਦੇ ਬਹੁਤੇ ਚਿਰ ਦੇ ਕੀਤੇ ਹੋਏ ਪਾਪ ਵੀ ਮਿਟ ਜਾਣਗੇ। ਪਰ ਕਿਵੇਂ ਮਿਟਣਗੇ? ਜਦੋਂ ਅਸੀਂ ਆਪਣੇ ਮਨ ਨੂੰ ਸਮਝਾਵਾਂਗੇ, ਆਪਣੇ ਮਨ ਨੂੰ ਕਹਿ ਰਹੇ ਹੋਵਾਂਗੇ, ਓਟ ਲਿਹੋ ਹਰ ਨਾਮਾ, ਓਟ ਲਿਹੋ ਹਰ ਨਾਮਾ, ਓਟ ਲਿਹੋ ਹਰ ਨਾਮਾ, ਓਟ ਲਿਹੋ ਹਰ ਨਾਮਾ। ਓ ਹਰ ਨਾਮਾ, ਓਟ ਲਿਹੋ ਹਰ ਨਾਮ। ਗੁਰੂ ਪਿਆਰੀ ਸਾਧ ਸੰਗਤ ਜੀ, ਮਨੁੱਖ ਹੈ ਕਿ ਪ੍ਰਮਾਣ ਚਾਹੁੰਦਾ ਹੈ, ਮਨੁੱਖ ਹੈ ਉਦਾਹਰਨ ਚਾਹੁੰਦਾ ਹੈ, ਮਨੁੱਖ ਹੈ ਐਗਜ਼ਾਮਪਲ ਚਾਹੁੰਦਾ ਹੈ। ਸਤਿਗੁਰੂ ਕੋਈ ਉਦਾਹਰਨ? ਗੁਰਦੇਵ ਕਹਿੰਦੇ ਨੇ, ਕਿਉਂ ਨਹੀਂ? ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਜਦੋਂ ਇਹ ਬਾਣੀ ਉਚਾਰਨ ਕੀਤੀ, ਉਸ ਸਮੇਂ ਜਿਹੜੀਆਂ ਆਮ ਸਾਖੀਆਂ ਕਹਾਣੀਆਂ ਪ੍ਰਚਲਿਤ ਸਨ, ਭਾਵੇਂ ਉਹ ਇਤਿਹਾਸਕ ਸਨ ਜਾਂ ਮਿਥਿਹਾਸਕ ਸਨ, ਗੁਰਦੇਵ ਨੇ ਉਹ ਪ੍ਰਮਾਣ ਵਜੋਂ ਵਰਤੀਆਂ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਭਾਈ ਕਨੌਜ ਦੇ ਰਹਿਣ ਵਾਲੇ ਬ੍ਰਾਹਮਣ ਅਜਾਮਲ ਨੂੰ ਕੌਣ ਨਹੀਂ ਜਾਣਦਾ? ਬਹੁਤ ਸਾਰੇ ਪਾਪ ਉਸਨੇ ਕੀਤੇ ਸਨ, ਬੜੇ ਸਾਰੇ ਪਾਪ ਉਸਨੇ ਕੀਤੇ, ਇੱਥੋਂ ਤੱਕ ਕਿ ਉਹਨੇ ਵੇਸਵਾ ਦੇ ਨਾਲ ਵਿਆਹ ਵੀ ਕੀਤਾ, 11 ਉਹਦੇ ਪੁੱਤਰ ਪੈਦਾ ਹੋਏ। ਕਹਿਣ ਲੱਗੇ ਆਖਰ ਨੂੰ ਹਾਰ ਗਿਆ, ਥੱਕ ਗਿਆ, ਕਹਿਣ ਲੱਗੇ ਉਹ ਗੁਰੂ ਦੀ ਸ਼ਰਨ ਵਿੱਚ ਆਇਆ, ਰੱਬ ਦੀ ਸ਼ਰਨ ਵਿੱਚ ਆਇਆ, ਨਾਰਾਇਣ ਦੀ ਸ਼ਰਨ ਵਿੱਚ ਆਇਆ, ਨਾਰਾਇਣ ਦਾ ਨਾਮ ਜਪਿਆ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਯਾਦ ਰੱਖੋ, ਜਿਹੜੀ ਪਦਵੀ ਨੂੰ ਜੋਗੀਸ਼ਵਰ ਲੋਕ, ਜਪੀ ਲੋਕ, ਤਪੀ ਲੋਕ ਲੋਚਦੇ ਸਨ, ਚਾਹੁੰਦੇ ਸਨ, ਉਹ ਪਦਵੀ ਅਜਾਮਲ ਨੂੰ ਪ੍ਰਾਪਤ ਹੋ ਗਈ। ਪਰ ਕਿਸ ਕਰਕੇ ਪ੍ਰਾਪਤ ਹੋਈ? ਕਿਉਂਕਿ ਉਸਨੇ ਨਾਰਾਇਣ ਦਾ ਸਿਮਰਨ ਕੀਤਾ, ਨਾਰਾਇਣ ਦੀ ਉਹਨੂੰ ਸੁਧ ਆਈ। ਗੁਰਦੇਵ ਪਾਤਸ਼ਾਹ ਉਦਾਹਰਨ ਦੇ ਕੇ ਸਮਝਾਉਂਦੇ ਨੇ, ਅਜਾਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ, ਜਾਂਗਤ ਕੋ ਜੋਗੀਸ਼ਵਰ ਬਾਂਛਤ ਸੋ ਗਤ ਛਿਨ ਮੈਂ ਪਾਈ। ਬਾਂਛਤ ਦਾ ਅਰਥ ਹੈ ਲੋਚਦੇ ਨੇ, ਜੋਗੀਸ਼ਵਰ ਵੱਡੇ ਵੱਡੇ ਜੋਗੀ। ਸਤਿਗੁਰੂ ਪਾਤਸ਼ਾਹ ਜੀ ਨੇ ਇਸ ਵਾਕ ਦੇ ਵਿੱਚ, ਇਸ ਸ਼ਬਦ ਵਿੱਚ ਕਮਾਲ ਕਰ ਦਿੱਤਾ। ਜਿੱਥੇ ਉਦਾਹਰਨ ਦਿੱਤੀ ਉੱਥੇ ਜੋਗੀਆਂ ਵੱਲੋਂ ਗੁਰਦੇਵ ਪਾਤਸ਼ਾਹ ਜੀ ਨੇ ਉਹ ਸਾਧਨਾਵਾਂ ਸਾਧਨ ਵਾਲੇ ਲੋਕਾਂ ਦੇ ਕਰਮ ਕਾਂਡ ਜਿਹੜੇ ਕੀਤੇ ਜਾ ਰਹੇ ਸਨ, ਕਰਮ ਕਾਂਡ ਕਰਦਿਆਂ ਕਰਦਿਆਂ ਉਹਨਾਂ ਨੂੰ ਪਤਾ ਨਹੀਂ ਸੈਂਕੜੇ ਵਰਸ ਹੋ ਗਏ ਸਨ, ਉਹਨਾਂ ਨੂੰ ਇਹ ਅਵਸਥਾ ਪ੍ਰਾਪਤ ਨਹੀਂ ਸੀ ਹੋਈ ਆਤਮਿਕ ਆਨੰਦ ਦੀ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਪਰ ਜਿਸ ਨੇ ਭਾਵਨਾ ਦੇ ਨਾਲ, ਜਿਸ ਨੇ ਇੱਕ ਸੁਰ ਇੱਕ ਚਿੱਤ ਹੋ ਕੇ ਮਾਲਕ ਦਾ ਸਿਮਰਨ ਕੀਤਾ, ਉਸ ਮਾਲਕ ਨੂੰ ਯਾਦ ਰੱਖਿਆ, ਗੁਰਦੇਵ ਕਹਿੰਦੇ ਨੇ ਉਸ ਅਜਾਮਲ ਨੇ ਉਹ ਉੱਚੀ ਅਵਸਥਾ ਪ੍ਰਾਪਤ ਕਰ ਲਈ। ਸੋ ਗਤ ਛਿਨ ਮੈਂ ਪਾਈ, ਉਹਨੂੰ ਟਾਈਮ ਨਹੀਂ ਲੱਗਿਆ, ਸਮਾਂ ਨਹੀਂ ਲੱਗਿਆ। ਇੱਕ ਚਿੱਤ ਹੋ ਕੇ ਜਦੋਂ ਅਸੀਂ ਧਿਆਵਾਂਗੇ ਨਾ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਬਖਸ਼ਿਸ਼ ਕਰਦੇ ਨੇ, ਇੱਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਗੁਰਦੇਵ ਪਾਤਸ਼ਾਹ ਕਹਿੰਦੇ, ਪਰ ਪ੍ਰਭੂ ਦੀ ਉਸਤਤ, ਪ੍ਰਭੂ ਦਾ ਸਿਮਰਨ ਕਿਵੇਂ ਕਰਨਾ? ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਤਰੀਕਾ ਤੁਹਾਨੂੰ ਮੈਂ ਦੱਸ ਦਿੰਨੇ ਵੀ ਢੰਗ ਇਹ ਹੈ ਪ੍ਰਭੂ ਦਾ ਸਿਮਰਨ ਕਰਨ ਦਾ, ਵਾਹਿਗੁਰੂ ਜੀ ਦੀ ਬੰਦਗੀ ਕਰਨ ਦਾ, ਕਿ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ।
ਤੇ ਹੋ ਸਾਵਧਾਨ, ਲਓ ਮਾਲਕ ਦੀ ਓਟ। ਪੜੀਏ ਓਟ ਲਿਹੋ ਹਰ ਨਾਮਾ, ਓਟ ਲਿਹੋ ਹਰ ਨਾਮਾ, ਓਟ ਲਿਹੋ ਹਰ ਨਾਮਾ, ਓਟ ਲਿਹੋ ਹਰ ਨਾਮਾ, ਓਟ ਲਿਹੋ। ਓਟ ਲਿਹੋ ਹਰ ਨਾਮਾ, ਓਟ ਲਿਹੋ ਹਰ ਨਾਮਾ। ਮੇਰੇ ਮਾਲਕ ਨੇ, ਸਤਿਗੁਰੂ ਜੀ ਨੇ ਫਿਰ ਦੂਜੀ ਉਦਾਹਰਨ ਵੀ ਬਖਸ਼ਿਸ਼ ਕੀਤੀ। ਗੁਰਦੇਵ ਕਹਿੰਦੇ ਕਿਤੇ ਡੋਲ ਨਾ ਜਾਇਓ, ਕਿਤੇ ਡੋਲ ਨਾ ਜਾਇਓ। ਜਿੱਥੇ ਸਤਿਗੁਰੂ ਪਾਤਸ਼ਾਹ ਕਹਿੰਦੇ ਤੁਸੀਂ ਅਜ਼ਾਮਲ ਦੀ ਗਾਥਾ ਸੁਣੀ ਹੈ ਨਾ, ਉੱਥੇ ਗੁਰਦੇਵ ਪਾਤਸ਼ਾਹ ਕਹਿੰਦੇ ਇੱਕ ਗਾਥਾ ਹੋਰ ਹੈ, ਬੜੀ ਪ੍ਰਚਲਿਤ ਹੈ। ਅੱਜ ਵੇਖੋ, ਮੈਂ ਬੇਨਤੀ ਕਰਾਂ, ਮਹਾਮਾਰੀ ਦਾ ਸ਼ਿਕਾਰ ਲੱਖਾਂ ਦੁਨੀਆ ਹੋ ਰਹੀ ਹੈ, ਬਹੁਤ ਸਾਰੇ ਲੋਕ ਨੇ, ਡੋਲਣ ਦੀ ਲੋੜ ਨਹੀਂ ਹੈ। ਅੱਜ ਇਹ ਸ਼ਬਦ ਸਾਨੂੰ ਆਸਰਾ ਦੇ ਰਿਹਾ, ਧਰਵਾਸ ਦਿੰਦਾ ਪਿਆ, ਮਨਾ ਡੋਲੀ ਨਾ, ਬਿਪਤਾ ਵਿੱਚੋਂ ਕੱਢਣ ਵਾਲਾ ਉਹ ਮਾਲਕ ਹੀ ਹੈ। ਸਾਨੂੰ ਤਾਂ ਮੇਰੇ ਮਾਲਕ ਨੇ ਕਿਹਾ ਹੈ ਨਾ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਭਈ ਤੇਰੇ ਮਨ ਦੀ ਪੀੜਾ ਹੈ ਨਾ, ਤੇ ਤੂੰ ਗੁਰੂ ਕੋਲ ਅਰਦਾਸ ਰੂਪ ਵਿੱਚ ਰੱਖ, ਬੇਨਤੀ ਰੂਪ ਵਿੱਚ ਰੱਖ। ਮਾਲਕ ਜ਼ਰੂਰ ਤੇਰੀ ਬਿਰਥਾ ਸੁਣੇਗਾ, ਪੀੜਾ ਸੁਣੇਗਾ, ਉਹ ਜ਼ਰੂਰ ਸੁਣਦਾ ਹੈਗਾ। ਜਿਵੇਂ ਉਸਨੇ ਹਾਥੀ ਦੀ ਸੁਣੀ। ਸਤਿਗੁਰੂ ਪਾਤਸ਼ਾਹ ਜੀ ਉਦਾਹਰਨ ਦਿੰਦੇ ਨੇ, ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਵੇਖੋ ਹਾਥੀ ਕੋਲ ਕੀ ਸੀ? ਕੁਝ ਵੀ ਤੇ ਨਹੀਂ ਸੀ, ਉਹਦੇ ਕੋਲ ਕੋਈ ਬਹੁਤਾ ਗੁਣ ਵੀ ਨਹੀਂ ਸੀ। ਉਹਦੇ ਕੋਲ, ਹਾਥੀ ਕੋਲ ਕੋਈ ਗੁਣ ਵੀ ਨਹੀਂ ਸੀ। ਜਿਹੜਾ ਤੇਂਦੂਏ ਦੀ ਗ੍ਰਸਤ ਵਿੱਚ ਆ ਗਿਆ, ਉਹ ਸਾਖੀ ਤੁਸੀਂ ਸਾਰਿਆਂ ਨੇ ਸੁਣੀ ਪੜ੍ਹੀ ਹੈ, ਕਿ ਇਤਿਹਾਸਕ ਸਾਖੀ ਹੈ, ਭਾਵੇਂ ਸਤਿਗੁਰੂ ਨੇ ਉਦਾਹਰਨ ਵਜੋਂ ਵਰਤੀ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਵੀ ਹਾਥੀ ਤੇਂਦੂਏ ਦੀ ਗ੍ਰਸਤ ਵਿੱਚ ਆ ਗਿਆ, ਇੱਕ ਤਲਾਬ ਦੇ ਵਿੱਚ ਛੱਡਿਆ ਹੀ ਨਾ। ਕਹਿਣਗੇ ਆਪਣਾ ਬਲ ਹਾਰ ਗਿਆ ਹਾਥੀ, ਆਪਣੀ ਤਾਕਤ ਹਾਰ ਗਿਆ। ਮੈਂ ਪਹਿਲਾਂ ਬੇਨਤੀ ਕੀਤੀ, ਜਦੋਂ ਤਾਕਤ ਹਾਰ ਜਾਓ, ਜਦੋਂ ਬਲ ਹਾਰ ਜਾਓ, ਫਿਰ ਮਾਲਕ ਦੀ ਓਟ, ਫਿਰ ਮਾਲਕ ਦਾ ਆਸਰਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਕਹਿਣਗੇ ਉਹਦੇ ਕੋਲ ਗੁਣ ਨਹੀਂ ਸੀ ਕੋਈ, ਕੇਵਲ ਗੁਣ ਨਹੀਂ, ਸਤਿਗੁਰੂ ਪਾਤਸ਼ਾਹ ਕਹਿੰਦੇ ਕੋਈ ਉੱਚ ਵਿਦਿਆ ਵੀ ਨਹੀਂ ਸੀ। ਅੱਜ ਅਸੀਂ ਉੱਚ ਵਿਦਿਆ, ਕਠਨ ਵਿਦਿਆ ਦੇ ਨਾਲ ਪ੍ਰਗਟਾਵਾ ਕਰਦੇ ਹਾਂ ਆਪਣੀ ਬੁੱਧੀ ਦਾ, ਵੀ ਮੇਰੇ ਤੋਂ ਵੱਡਾ ਵਿਦਵਾਨ ਕੋਈ ਨਹੀਂ। ਕਹਿਣਗੇ ਜਿੱਥੇ ਵਿਦਿਆ ਵੱਲੋਂ ਵੀ ਕੋਈ ਉਹਦੇ ਕੋਲ ਗਿਆਨ ਧਿਆਨ ਨਹੀਂ ਸੀਗਾ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹਦੇ ਕੋਲ ਕੋਈ ਵਿਖਾਵੇ ਦਾ ਧਰਮ ਵੀ ਨਹੀਂ ਸੀ, ਉਹਦੇ ਕੋਲ ਵਿਖਾਵੇ ਦਾ ਕੋਈ ਕਰਮ ਕਾਂਡੀ ਧਰਮ ਵੀ ਨਹੀਂ ਸੀ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਪਰ ਫਿਰ ਕੀ ਹੋਇਆ? ਉਹਨੇ ਕੇਵਲ ਅਰਦਾਸ ਕੀਤੀ, ਭਾਵਨਾਤਮਕ ਅਰਦਾਸ ਕੀਤੀ, ਮਾਲਕ ਦੇ ਤਨ ਨਾਲ ਜੁੜ ਕੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਨਾਹਿਨ ਗੁਣ ਨਾਹਿਨ ਕਛ ਵਿਦਿਆ। ਭਾਈ ਕੋਈ ਗੁਣ ਨਹੀਂ ਹਾਥੀ ਕੋਲ, ਕੋਈ ਵਿਦਿਆ ਵੀ ਨਹੀਂ, ਕਿਸੇ ਸਕੂਲ ਕਾਲਜ ਕਿਸੇ ਮਾਸਟਰ ਤੋਂ ਡਿਗਰੀ ਵੀ ਪ੍ਰਾਪਤ ਨਹੀਂ ਕੀਤੀ, ਕਿਸੇ ਕਾਂਸੀ ਜਾ ਕੇ ਦੁਰਵੇਦੀ ਚੁਰਵੇਦੀ ਉਹਨੇ ਕੋਈ ਵਿਦਿਆ ਪ੍ਰਾਪਤ ਨਹੀਂ ਕੀਤੀ। ਸਤਿਗੁਰੂ ਕਹਿੰਦੇ ਨੇ, ਧਰਮ ਕੌਣ ਗੱਜ ਕੀਨਾ। ਉਹਨੇ ਕਿਹੜਾ ਧਰਮ ਧਾਰਨ ਕੀਤਾ ਸੀ? ਕੋਈ ਧਰਮ ਨਹੀਂ। ਪਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਭਾਵਨਾਤਮਕ ਅਰਦਾਸ ਕੀਤੀ, ਬੇਨਤੀ ਕੀਤੀ ਉਸ ਮਾਲਕ ਦੇ ਚਰਨਾਂ ਵਿੱਚ, ਉਹ ਪਰਮੇਸ਼ਵਰ ਯਾਦ ਆਇਆ। ਕਹਿਣ ਲੱਗੇ ਉਸ ਪਰਮੇਸ਼ਵਰ ਨੇ ਫਿਰ ਕਿਰਪਾ ਕੀਤੀ। ਗੁਰਦੇਵ ਕਹਿੰਦੇ ਨੇ, ਨਾਨਕ ਬਿਰਦ ਰਾਮ ਕਾ ਦੇਖੋ, ਅਭੈ ਦਾਨ ਤੇ ਦੀਨਾ। ਨਾਨਕ ਬਿਰਦ ਰਾਮ ਕਾ ਦੇਖੋ, ਅਭੈ ਦਾਨ ਤੇ ਦੀਨਾ। ਕਹਿਣ ਲੱਗੇ ਉਸ ਪਰਮੇਸ਼ਰ ਨੇ ਆਪਣਾ ਜਿਹੜਾ ਮੁੱਢ ਕਦੀਮਾਂ ਦਾ ਉਹਦਾ ਬਿਰਦ ਹੈ, ਉਹਦਾ ਸੁਭਾਅ ਹੈ, ਜੋ ਸ਼ਰਨ ਆਵੈ ਤੇ ਸਕੰਠ ਲਾਵੈ, ਇਹ ਬਿਰਦ ਸੁਆਮੀ ਸੰਧਾ। ਪਿਆਰਿਓ, ਉਹਦਾ ਆਪਣਾ ਬਿਰਦ ਹੈ, ਆਪਣਾ ਸੁਭਾਅ ਹੈ। ਜਿਹਨੇ ਉਹਨੂੰ ਯਾਦ ਕੀਤਾ ਹੈ, ਉਹਦੀ ਰੱਖਿਆ ਉਹਨੇ ਬਹੁਤ ਪਹਿਲਾਂ ਤੋਂ ਕੀਤੀ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਉਹਨੇ ਜੇ ਪ੍ਰਹਲਾਦ ਨੇ ਯਾਦ ਕੀਤਾ, ਉਹਨੇ ਆਪਣਾ ਬਿਰਦ ਪਹਿਚਾਣਿਆ, ਉਹ ਮਾਲਕ ਨੇ ਬਹੁੜੀ ਕੀਤੀ ਹੈ। ਮੇਰੇ ਮਾਲਕ ਕਹਿੰਦੇ ਉਸ ਨੇ ਆਪਣਾ ਬਿਰਦ ਪਹਿਚਾਣਿਆ, ਉਸ ਹਾਥੀ ਨੂੰ ਤੇਂਦੂਏ ਦੀ ਪਕੜ ਤੋਂ ਛਡਾ ਲਿਆ। ਪਰ ਕਦੋਂ ਛਡਾਇਆ? ਜਦੋਂ ਹਾਥੀ ਨੇ ਇਹ ਕਹਿ ਦਿੱਤਾ, ਦਾਤਾ ਮੈਂ ਆਪਣਾ ਬਲ ਹਾਰ ਗਿਆ ਹਾਂ, ਮੇਰੇ ਕੋਲ ਆਪਣੀ ਕੋਈ ਤਾਕਤ ਨਹੀਂ, ਹੁਣ ਮੈਂ ਨਿਆਸਰਾ ਹਾਂ,
मेरे मालक मैं सुनिया तू नियासरां दा आसरा है, नियोटियां दी ओट है, निताणियां दा ताण है। प्यारिओ जदों उस मालक दे अगे असीं अरदास करांगे ना ते वो मालक जरूर साडे उत्ते किरपा करेगा। फिर साडा ये गायन करन दा फर्ज बनदा है, अज अपने मन नूं समझाउण दा फर्ज बनदा है। ओट लेहो हर नामा, 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 लेहो हर नामा, ओट लेहो हर। गुरु सवारिओ मैं इत्थे बेनती करा, ये वो अर्थ सन जो तकरीबन सारे विद्वानां ने कीते ने। आखिरी अर्थ ते आप जी ने सरवण कीते ने। कुछ बहुत सारिया भावनावां जुड़ियां होंदियां गुरबाणी दे नाल, गुरु दे नाल, परमेश्वर दे नाल। जिवें हाथी दी भावना की मैं गल कीती है, इस शब्द विच दो गल्लां ने। वो एक ओट है, आसरा है, ते दूजा ये है जिसने उस मालक दा ओट आसरा तकिया है ते उस मालक ने अपना बिरद पहचानिया है। उस मालक ने अपना बिरद पहचानदिया होया ओदी बांह फड़ी है, भावें कोई भी है। याद रखो मेरे मालक दा बिरद है। अज त्रासदी हो रही संसार दे उत्ते, अज हाहाकार मची पई है ये कोविड करके। किन्ने साडे वीर भैन भरा भराता साडे तो विछड़ के जा रहे ने, इस बीमारी की ग्रस्त विच आ गए ने। मेरा मालक सतगुरु पातशाह किरपा करे, सतगुरु इस संसार नूं इस महा बीमारी तो बचावे। जिवें कि सतगुरु की बाणी कहती है, भाई उस मालक का ओट आसरा लो। सतगुरु कहते ने जाको मुश्किल अत बने, ढोई कोए ना दे, लागू होए दुश्मना, साक भी भज खलोए। सतगुरु पातशाह कहते ने जदों बहुत सारी विपता आ जाए, मुश्किल घेर लवे, फिर चित आवे उस पार ब्रह्म, तन लगे ना ताती वाओ। सतगुरु महाराज कहते जदों वो पार ब्रह्म चेते आवे तो वो मालिक किरपा करता है कि ओदा बिरद है, ओदा सुभाव है, वो शरण आयां दी लाज रख दे ते ततियां वावां नहीं लगन दिंदा। मेरे मालिक औखी घड़ी ना देखण देई, अपना बिरद संभाले, हाथ दे राखे अपने को, सास सास प्रतिपाले। दूजी बेनती, सिख सतगुरु नूं नमस्कार करता है, गुरु अगे नतमस्तक हुंदा है। मेरे मालिक की बाणी कहती है कि सिख ने कदे भी गुरु अते पार ब्रह्म विच कोई भेद नहीं जानिया। गुरबाणी कहती है नानक सोधे सिमरत बेद, पार ब्रह्म गुर नाही भेद। भाई सिख कहता है कि पातशाह दातार मैनू तुहाडी बाणी पढ़ के इस गल की समझ आई है कि तुहाडे विच ते पार ब्रह्म विच कोई भेद नहीं है। भट्ट साहिबान नूं पढ़ के देखो, जोत रूप हर आप गुर नानक कहायो। मेरा मालिक वाहिगुरु आप नारायण कला धार जग में परवरियो। गुरु नानक विच, मेरे सतगुरु धन श्री गुरु ग्रंथ साहिब विच, धन गुरु तेग बहादुर विच पार ब्रह्म विच कोई भेद नहीं है। जिस प्रकार कोई बेसहारा मनुख, दुखियारा मनुख पार ब्रह्म की शरण आउंदा है, वो मालिक अपना बिरद पहचान के उसकी मदद करता है। उस प्रकार चेते रखना, जदों कुछ दुखियारे, कुछ विपता, कुछ सताए होए जालमां दे लोक धन गुरु तेग बहादुर साहब की शरण विच आए, मेरे मालिक ने भी अपना बिरद पहचानिया है। वो समा याद करो जदों धन गुरु तेग बहादुर साहब की शरण विच दुखी विपर चल आए, पुरी आनंद बां साडी पकड़ी है श्री हर गोबिंद के नंद। मेरे सतगुरु महाराज ने अपना बिरद पहचानिया। और बचपन तो ही तुसी वेखो सतगुरु पातशाह दा अज तो 400 साल पहला 1 अप्रैल 1621 नूं गुरु के महल विखे प्रकाश होया। हजे तां छोटी जी उम्र सी, केवल 9 साल सतगुरु जी अमृतसर की धरती ते रहे ने। पहले 9 साल उन्हां दिनां दी गल है।
ਜਦੋਂ ਆਪਣੇ ਤਨ ਦਾ ਚੋਲਾ ਉਤਾਰ ਕੇ ਗੁਰਦੇਵ ਪਾਤਸ਼ਾਹ ਜੀ ਨੇ ਇੱਕ ਗਰੀਬ ਦੀ ਪੱਤ ਢੱਕ ਦਿੱਤੀ, ਲਾਜ ਢੱਕ ਦਿੱਤੀ। ਗੁਰਦੇਵ ਪਾਤਸ਼ਾਹ ਨੇ ਆਪਣਾ ਬਿਰਦ ਪਹਿਚਾਣਿਆ ਹੈ। ਤੇ ਹੁਣ ਵੀ ਜਦੋਂ ਕੁਝ ਕਸ਼ਮੀਰੀ ਬ੍ਰਾਹਮਣ ਜਿਹੜੇ ਨੇ ਉਹ ਗੁਰਦੇਵ ਦੀ ਹਜ਼ੂਰੀ ਵਿੱਚ ਆਏ, ਸਤਿਗੁਰੂ ਦੇ ਅੱਗੇ ਬੇਨਤੀ ਕੀਤੀ। ਮੇਰੇ ਗੁਰਦੇਵ ਨੇ, ਸਤਿਗੁਰੂ ਜੀ ਨੇ ਜਿੱਥੇ ਉਹਨਾਂ ਨੂੰ ਆਸਰਾ ਦਿੱਤਾ, ਜਿੱਥੇ ਉਹਨਾਂ ਨੂੰ ਤਰਵਾਸ ਦਿੱਤਾ, ਜਿੱਥੇ ਉਹਨਾਂ ਨੂੰ ਸਹਾਰਾ ਦਿੱਤਾ, ਉੱਥੇ ਯਕੀਨ ਵੀ ਦਵਾਇਆ। ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀ ਹੈ। ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਏ ਮਨ ਹੋੜੀਐ। ਬਾਹਾਂ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹਾਂ ਨਾ ਛੋੜੀਐ। ਮੇਰੇ ਮਾਲਕ ਨੇ ਕਿਹਾ ਵੀ ਜਿਹਦੀ ਬਾਹ ਫੜ ਲਈਏ ਨਾ, ਜੋ ਸ਼ਰਨ ਆ ਜਾਏ, ਹੁਣ ਸਿਰ ਤੇ ਜਾ ਸਕਦਾ ਹੈ, ਪਰ ਹੁਣ ਬਾਹ ਨਹੀਂ ਛੱਡਣੀ। ਸਤਿਗੁਰੂ ਜਿਹਨੇ ਤੁਹਾਡੀ ਓਟ ਲਈ, ਜਿਹਨੇ ਤੁਹਾਡਾ ਆਸਰਾ ਲਿਆ, ਤੁਸੀਂ ਉਹਨੂੰ ਯਕੀਨ ਦਵਾ ਦਿੱਤਾ। ਮੇਰੇ ਮਾਲਕ ਨੇ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸੇ ਦਿਨ ਕਹਿ ਦਿੱਤਾ ਸੀ कि रोवो ना बेटा हंसो देख मुझको, मैं धर्म का झंडा झुलाने चला हूँ। लगी आग पापों की दुनिया में, मैं अपना खून पा के बुझाने चला हूँ। हिंदुओं के मंदिर गोराहे औरंगे, उनको मैं फिर से बनाने चला हूँ। जो चोटी को काटे, जो जनेऊ को काटे, ऐसा तेज खंजर मैं अपने सीने पे खाने चला हूँ। रोवो ना बेटा हंसो देख मुझको, मैं धर्म का झंडा झुलाने चला हूँ। सतगुर ने अजिही बाह फड़ी कि उन्हें कश्मीरी ब्राह्मणों ਨੂੰ ਕਹਿ ਦਿੱਤਾ, ਜਾਓ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ, ਜੇ ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲਵੇ ਤਾਂ ਹਿੰਦੁਸਤਾਨ ਦੇ ਸਾਰੇ ਹਿੰਦੂ ਮੁਸਲਮਾਨ ਬਣ ਜਾਣਗੇ, ਸਾਰੇ ਤਿਆਰ ਹੋ ਜਾਣਗੇ। ਗੁਰੂ ਤੇਗ ਬਹਾਦਰ ਸਾਹਿਬ ਨੂੰ ਮਨਾਓ। ਯਕੀਨ ਸੀ ਉਹਨਾਂ ਨੂੰ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਦੇ ਔਰੰਗਜ਼ੇਬ ਦੀ ਈਨ ਨਹੀਂ ਮੰਨਣਗੇ। ਸਤਿਕਾਰਯੋਗ ਗਿਆਨੀ ਜੀ ਰੋਜ਼ਾਨਾ ਕਹਿੰਦੇ ਨੇ ਕਿ ਨਾ ਗਰਵ ਰਹਿਣਾ ਸੀ, ਨਾ ਮਾਣ ਰਹਿਣਾ ਸੀ, ਜੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨਾ ਹੁੰਦੇ। ਭਲਿਓ ਉਹ ਗੁਰੂ ਤੇਗ ਬਹਾਦਰ ਸਾਹਿਬ ਸੀ ਜਿਨ੍ਹਾਂ ਨੇ ਆਪਣਾ ਬਿਰਦ ਪਹਿਚਾਣਦਿਆਂ ਹੋਇਆਂ ਜੋ ਉਹਨਾਂ ਦੀ ਸ਼ਰਨ ਵਿੱਚ ਆਏ, ਮੇਰੇ ਮਾਲਕ ਨੇ ਉਹਨਾਂ ਦੀ ਬਾਹ ਫੜੀ। ਸਤਿਗੁਰ ਨੇ ਔਰੰਗਜ਼ੇਬ ਨੂੰ ਲਲਕਾਰ ਕੇ ਕਹਿ ਦਿੱਤਾ ਸੀ, ਔਰੰਗਜ਼ੇਬ ਚੇਤੇ ਰੱਖ, ਹੁਣ ਤੱਕ ਦਾ ਤੇਰਾ ਇਤਿਹਾਸ ਇਹ ਕਹਿੰਦਾ ਹੈ ਕਿ ਤੂੰ ਬਹੁਤ ਖੂਨ ਕੀਤੇ, ਬੜੇ ਖੂਨਾਂ ਦਾ ਤੂੰ ਪਿਆਸਾ ਹੈ, ਆਪਣੇ ਪਿਓ ਦਾ ਕਾਤਲ, ਆਪਣੇ ਭੈਣ ਭਰਾਵਾਂ ਦਾ ਕਾਤਲ। ਪਰ ਯਾਦ ਰੱਖ, ਇੱਕ ਅਦੀਬ ਕਹਿੰਦਾ ਹੈ, ਮੇਰੀ ਸਰਫਰੋਸਤੀ ਦਾ ਹਸਰ ਕੀ ਨਹੀਂ ਹੋਣਾ, ਮੌਤ ਦਾ ਫਰਿਸ਼ਤਾ ਬਣ ਕੇ ਤੇਤੋਂ ਜੀ ਨਹੀਂ ਹੋਣਾ। ਮੈਂ ਇੰਨਾ ਖੂਨ ਬਹਾਵਾਂਗਾ ਕਿ ਤੇਤੋਂ ਪੀ ਨਹੀਂ ਹੋਣਾ, ਕਿ ਤੇਤੋਂ ਪੀ ਨਹੀਂ ਹੋਣਾ। ਉਸ ਮੇਰੇ ਮਹਾਨ ਸਤਿਗੁਰੂ ਗੁਰੂ ਤੇਗ ਬਹਾਦਰ ਬਾਰੇ ਇੱਕ ਮਹਾਨ ਕਵੀ ਨੇ ਲਿਖਿਆ, ਉਹ ਕਹਿੰਦੇ ਨੇ, ਬੁੱਲੇ ਸ਼ਾਹ ਦੀ ਕਲਮ ਵਿੱਚੋਂ ਹੋਇਆ ਇੰਜ ਇਜ਼ਹਾਰ ਨਾ ਹੁੰਦਾ, ਬੁੱਲੇ ਸ਼ਾਹ ਦੀ ਕਲਮ ਵਿੱਚੋਂ ਹੋਇਆ ਇੰਜ ਇਜ਼ਹਾਰ ਨਾ ਹੁੰਦਾ। ਜੋ ਕੁਝ ਅੱਖਾਂ ਵੇਖ ਰਹੀਆਂ ਨੇ ਐਸਾ ਕੋਈ ਪਾਸਾਰ ਨਾ ਹੁੰਦਾ। ਮੰਦਰਾਂ ਵਿੱਚ ਨਾ ਟਲ ਖੜਕਦੇ, ਪੂਜਾ ਲਈ ਕੋਈ ਤਿਆਰ ਨਾ ਹੁੰਦਾ, ਨਾ ਹੁੰਦੇ ਇੱਥੇ ਜਗਰਾਤੇ, ਮਾਤਾ ਦਾ ਦਰਬਾਰ ਨਾ ਹੁੰਦਾ, ਨਾ ਕੋਈ ਰਾਮ ਉਪਾਸਕ ਹੁੰਦਾ, ਜਪਦਾ ਕੋਈ ਮੁਰਾਰ ਨਾ ਹੁੰਦਾ, ਜੰਜੂਆਂ ਦਾ ਗਲਹਾਰ ਨਾ ਹੁੰਦਾ। ਜੇ ਤੇਗ ਬਹਾਦਰ ਅਵਤਾਰ ਨਾ ਹੁੰਦਾ, ਹਿੰਦ ਦਾ ਬੇੜਾ ਪਾਰ ਨਾ ਹੁੰਦਾ। ਜੇ ਤੇਗ ਬਹਾਦਰ ਅਵਤਾਰ ਨਾ ਹੁੰਦਾ, ਹਿੰਦ ਦਾ ਬੇੜਾ ਪਾਰ ਨਾ ਹੁੰਦਾ। ਮੇਰੇ ਮਾਲਕ ਸਤਿਗੁਰੂ ਮੇਰੇ ਮਾਲਕ ਸਤਿਗੁਰੂ ਦਾ ਦੇਣ ਇਹ ਮਨੁੱਖਤਾ ਨਹੀਂ ਉਤਾਰ ਸਕਦੀ। ਸੱਚੇ ਪਾਤਸ਼ਾਹ ਦਾ ਜਿੰਨਾ ਸ਼ੁਕਰਾਨਾ ਕਰੀਏ ਉਨਾ ਥੋੜਾ ਹੈ। ਆਓ ਅਖੀਰਲੀਆਂ ਹਾਜ਼ਰੀਆਂ ਲਵਾਓ ਤੇ ਸਮਾਪਤੀ ਕਰੀਏ। ਅਸੀਂ ਓਟ ਲਈਏ ਇਸ ਬਿਪਤਾ ਵਿੱਚ ਉਸ ਮਾਲਕ ਦੇ ਨਾਮ ਦੀ। ਓਟ ਲਿਹੋ ਹਰ ਨਾਮਾ, ਓਟ ਲਿਹੋ ਹਰ ਨਾਮਾ, ਓਟ ਲਿਹੋ। ਗੁਰੂ ਕਿਰਪਾ ਕਰੇ। ਕੋਟਾਨ ਕੋਟ ਸ਼ੁਕਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਵਿਸ਼ੇਸ਼ ਧੰਨਵਾਦ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਦਾ, ਜਿਹੜੇ ਅਥਾਹ ਪਿਆਰ ਬਖਸ਼ਿਸ਼ ਕਰਦੇ ਨੇ, ਪਿਆਰ ਦੀ ਗਲਵੱਕੜੀ ਦਿੰਦੇ ਨੇ। ਸਤਿਗੁਰੂ ਕਿਰਪਾ ਕਰੇ। ਆਪ ਸਾਰੀਆਂ ਸੰਗਤਾਂ ਦਾ ਧੰਨਵਾਦ। ਆਪ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ
400 ਸਾਲਾ ਪ੍ਰਕਾਸ਼ ਪੁਰਬ ਦੀ ਦਾਸ ਵੱਲੋਂ ਲੱਖ ਲੱਖ ਵਧਾਈ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।